ਕੈਨੇਡਾ ਸਰਕਾਰ ਨੇ ਨੈਸ਼ਨਲ ਡੈਂਟਲ ਕੇਅਰ ਪਲਾਨ ਲਈ ਵੀਰਵਾਰ ਤੋਂ 72 ਸਾਲ ਤੇ ਇਸ ਤੋਂ ਵੱਧ ਉਮਰ ਦੇ ਸੀਨੀਅਰਸ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ ਬੈਨੀਫਿਟ ਮਈ ਤੋਂ ਮਿਲਣਾ ਸ਼ੁਰੂ ਹੋਏਗਾ, ਪਰ ਦਸੰਬਰ ਤੋਂ 87 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਨਾਲ ਇਸ ਪ੍ਰੋਗਰਾਮ ਲਈ ਕੈਨੇਡੀਅਨਸ ਨੂੰ ਰਜਿਸਟਰ ਕੀਤਾ ਜਾਣਾ ਸ਼ੁਰੂ ਹੋ ਚੁੱਕਿਆ ਹੈ। ਜਨਵਰੀ ਵਿੱਚ 77 ਤੋਂ 86 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਅਪਲਾਈ ਕਰਨ ਦੇ ਲਈ ਇਨਵੀਟੇਸ਼ਨ ਭੇजे गए सन ਤੇ ਹੁਣ ਮਾਰਚ ਵਿੱਚ 70 ਤੋਂ 71 ਸਾਲ ਦੀ ਉਮਰ ਵਾਲੇ ਸੀਨੀਅਰਸ ਨੂੰ ਅਪਲਾਈ ਕਰਨ ਦੇ ਲਈ ਇਨਵੀਟੇਸ਼ਨ ਦਿੱਤੇ ਗਏ ਨੇ। ਸਿਹਤ ਮੰਤਰੀ ਮਾਰਕ ਹੌਲੈਂਡ ਮੁਤਾਬਕ ਨੈਸ਼ਨਲ ਡੈਂਟਲ ਕੇਅਰ ਪਲਾਨ ਲਈ ਹੁਣ ਤੱਕ ਹਜ਼ਾਰਾਂ ਸੀਨੀਅਰਸ ਰਜਿਸਟਰ ਹੋ ਚੁੱਕੇ ਨੇ। ਇਸ ਪ੍ਰੋਗਰਾਮ ਤਹਿਤ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕਵਰੇਜ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਡੈਂਟਲ ਦਾ ਕੋਈ ਇੰਸ਼ੋਰੈਂਸ ਨਹੀਂ ਹੈ ਤੇ ਹਾਊਸ ਹੋਲਡ ਇਨਕਮ $90,000 ਤੋਂ ਘੱਟ ਹੈ। ਜੂਨ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸਰਕਾਰੀ ਡੈਂਟਲ ਕੇਅਰ ਕਵਰੇਜ ਦੇ ਯੋਗ ਹੋਣਗੇ। ਉੱਥੇ ਹੀ ਜੋ ਬਾਕੀ ਰਹਿ ਜਾਣਗੇ ਉਹਨਾਂ ਨੂੰ 2025 ਵਿੱਚ ਇਸ 'ਚ ਸ਼ਾਮਲ ਕੀਤਾ ਜਾਏਗਾ। ਸਰਕਾਰ ਦੇ ਨੈਸ਼ਨਲ ਡੈਂਟਲ ਕੇਅਰ ਪਲਾਨ ਦਾ ਫਾਇਦਾ 9 ਮਿਲੀਅਨ ਕੈਨੇਡੀਅਨਸ ਨੂੰ ਮਿਲਣ ਦੀ ਉਮੀਦ ਹੈ। ਕਾਬਲੇ ਗੌਰ ਹੈ ਕਿ ਫੈਡਰਲ ਪੱਧਰ ਤੇ ਘੱਟ ਗਿਣਤੀ ਲਿਬਰਲ ਸਰਕਾਰ NDP ਦੀ ਸਪੋਰਟ ਦੇ ਨਾਲ ਚੱਲ ਰਹੀ ਹੈ ਤੇ ਦੋਵੇਂ ਧਿਰਾਂ ਦੇ ਵੱਲੋਂ ਕੁਝ ਮੰਗਾਂ ਦੇ ਤਹਿਤ 2025 ਤੱਕ ਇਸੇ ਢੰਗ ਦੇ ਨਾਲ ਸਰਕਾਰ ਚਲਾਉਣ ਨੂੰ ਲੈ ਕੇ ਸਮਝੌਤਾ ਕੀਤਾ ਗਿਆ ਹੈ। NDP ਵੱਲੋਂ ਰੱਖੀਆਂ ਗਈਆਂ ਮੰਗਾਂ ਦੇ ਵਿੱਚ ਡੈਂਟਲ ਕੇਅਰ, ਯੂਨੀਵਰਸਲ ਫਾਰਮਾ ਕੇਅਰ, ਐਂਟੀ ਸਕੈਬ ਬਿੱਲ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਨਾ ਸ਼ਾਮਲ ਸੀ। ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਵੱਲੋਂ ਡੈਂਟਲ ਕੇਅਰ ਦੀ ਮੰਗ ਮੰਨੀ ਗਈ ਤੇ ਲਗਾਤਾਰ ਇਸ ਦਾ ਵਿਸਥਾਰ ਕੀਤਾ ਜਾ ਰਿਹਾ, ਪਰ 1 ਮਾਰਚ ਦੇ ਵਿੱਚ ਯੂਨੀਵਰਸਲ ਫਾਰਮਾ ਕੇਅਰ ਪਾਸ ਕਰਨਾ ਲਿਬਰਲਸ ਦੇ ਲਈ ਜ਼ਰੂਰੀ ਹੈ ਕਿਉਂਕਿ NDP ਦੇ ਵੱਲੋਂ ਬੇਸ਼ੱਕ ਸਮਝੌਤੇ ਤਹਿਤ ਇਸ ਨੂੰ ਦਸੰਬਰ 2023 ਵਿੱਚ ਪਾਸ ਕਰਨਾ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਮਾਰਚ 2024 ਤੱਕ ਐਕਸਟੈਂਡ ਕਰ ਲਿਆ ਗਿਆ। ਸੋ ਹੁਣ ਡੈਂਟਲ ਕੇਅਰ ਦਾ ਵਿਸਥਾਰ ਤਾਂ ਲਿਬਰਲਸ ਕਰ ਰਹੇ ਨੇ, ਪਰ ਯੂਨੀਵਰਸਲ ਫਾਰਮਾ ਕੇਅਰ ਨੂੰ ਲੈ ਕੇ ਕੀ ਕਦਮ ਚੁੱਕੇ ਜਾਂਦੇ ਨੇ ਇਸ ਉੱਪਰ ਸਭ ਦੀ ਨਜ਼ਰ ਬਣੀ ਹੋਈ ਹੈ। ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਇੱਕ ਵੱਡਾ ਮੁੱਦਾ ਬਣਿਆ ਹੋਇਆ। ਇਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਲਗਾਤਾਰ ਜਾਰੀ ਹੈ, ਪਰ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਸਪਸ਼ਟ ਕੀਤਾ ਕਿ ਮੁਲਕ ਦੇ ਵਿੱਚ ਹਾਊਸਿੰਗ ਸੰਕਟ ਦਾ ਸਬੰਧ ਵਧੀਆਂ ਹੋਈਆਂ ਇੰਟਰਸਟ ਰੇਟਸ ਦੇ ਨਾਲ ਨਹੀਂ ਹੈ, ਬਲਕਿ ਇਸ ਦਾ ਕਾਰਨ ਹੈ ਕਿ ਡਿਮਾਂਡ ਦੇ ਹਿਸਾਬ ਦੇ ਨਾਲ ਸਪਲਾਈ ਨਹੀਂ ਹੈ। ਜਿਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਭਵਿੱਖ ਦੇ ਵਿੱਚ ਸਰਕਾਰ ਵੱਲੋਂ ਸਪਲਾਈ ਵਧਾਉਣ ਦੇ ਲਈ ਕਦਮ ਨਹੀਂ ਚੁੱਕੇ ਗਏ ਤਾਂ ਇਹ ਲੋਕਾਂ ਦੇ ਲਈ ਹੋਰ ਵੀ ਅਨਅਫੋਰਡੇਬਲ ਹੋਏਗਾ। ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਹੋਇਆ, ਜਿੱਥੇ ਕਿ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਨੂੰ ਹਾਊਸਿੰਗ ਸੰਕਟ ਦੇ ਮੁੱਦੇ ਦੇ ਉੱਪਰ ਘੇਰਿਆ ਜਾ ਰਿਹਾ। ਉੱਥੇ ਨਾਲੋਂ ਨਾਲ ਇਮੀਗ੍ਰੇਸ਼ਨ ਨੂੰ ਵੀ ਇਸ ਦੇ ਲਈ ਇੱਕ ਵੱਡੀ ਸਮੱਸਿਆ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਓਪੋਜੀਸ਼ਨ ਲੀਡਰ ਪੀਅਰੇ ਪੋਲੀਅਬ ਵੱਲੋਂ ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦੇ ਉੱਪਰ ਵੀ ਇਸ ਮੁੱਦੇ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਸਨ ਤੇ ਉਹ ਕਈ ਵਾਰ ਦਾਅਵਾ ਕਰ ਚੁੱਕੇ ਨੇ ਕਿ ਉਹ ਪ੍ਰਧਾਨ ਮੰਤਰੀ ਬਣਦੇ ਹੀ ਸਭ ਤੋਂ ਪਹਿਲਾਂ ਸੈਂਟਰਲ ਬੈਂਕ ਦੇ ਗਵਰਨਰ ਟਿਫ ਮੈਕਲਮ ਨੂੰ ਆਪਣੇ ਅਹੁਦੇ ਤੋਂ ਹਟਾ ਦੇਣਗੇ। ਪਰ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਵੱਲੋਂ ਮੁਲਕ ਦੇ ਹਾਊਸਿੰਗ ਸੰਕਟ ਦੇ ਬਾਰੇ ਪਹਿਲੀ ਵਾਰ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਕਿਹਾ ਕਿ ਬੈਂਕ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਦੇ ਨਾਲ ਹਾਊਸਿੰਗ ਸੰਕਟ ਖੜਾ ਨਹੀਂ ਹੋਇਆ, ਬਲਕਿ ਇਸ ਦਾ ਕਾਰਨ ਡਿਮਾਂਡ ਦੇ ਹਿਸਾਬ ਦੇ ਨਾਲ ਸਪਲਾਈ ਨਾ ਹੋਣਾ ਹੈ। ਟਿਫ ਮੈਕਲਮ ਹਾਊਸਿੰਗ ਦੀ ਫਾਈਨੈਂਸ ਕਮੇਟੀ ਦੇ ਅੱਗੇ ਪੇਸ਼ ਹੋਏ ਸਨ, ਜਿੱਥੇ ਉਹਨਾਂ ਵਿਆਜ ਦਰਾਂ ਵਧਣ ਦਾ ਹਾਊਸਿੰਗ ਅਫੋਰਡੇਬਿਲਿਟੀ ਉੱਪਰ ਕੀ ਅਸਰ ਪਿਆ ਇਸ ਸੰਬੰਧੀ ਸਵਾਲਾਂ ਦਾ ਸਾਹਮਣਾ ਕੀਤਾ। ਗਵਰਨਰ ਨੇ ਮੰਨਿਆ ਕਿ ਵਿਆਜ ਦਰਾਂ ਜ਼ਿਆਦਾ ਹੋਣ ਕਾਰਨ ਲਾਗਤ ਜ਼ਰੂਰ ਵੱਧ ਜਾਂਦੀ ਹੈ, ਪਰ ਉਹਨਾਂ ਆਖਿਆ ਕਿ ਘੱਟ ਵਿਆਜ ਦਰਾਂ ਅਤੇ ਵੱਧ ਦੋਵੇਂ ਸਮੇਂ ਘਰ ਅਫੋਰਡੇਬਲ ਨਹੀਂ ਰਹੇ। ਬੇਸ਼ੱਕ ਇੰਟਰਸਟ ਰੇਟ ਵਧਣ ਕਾਰਨ ਲੋਕਾਂ ਨੂੰ ਮੌਰਗੇਜ ਰਿਨਿਊ ਕਰਵਾਉਣ ਸਮੇਂ ਵੱਧ ਪੈਸੇ ਤਾਰਨੇ ਪੈਂਦੇ ਨੇ ਅਤੇ ਡਿਵੈਲਪਰਸ ਲਈ ਵੀ ਸਿਕਿਉਰਿਟੀ ਕ੍ਰੈਡਿਟ ਸਿਕਿਉਰ ਰੱਖਣਾ ਇੱਕ ਵੱਡੀ ਮੁਸ਼ਕਲ ਪੈਦਾ ਕਰਦਾ। ਜਿਨ੍ਹਾਂ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਘਰ ਸਸਤੇ ਹੋਣ ਅਤੇ ਹਾਊਸਿੰਗ ਸੰਬੰਧੀ ਹਾਲਾਤ ਹੋਰ ਨਾ ਵਿਗੜਨ ਤਾਂ ਸਰਕਾਰ ਨੂੰ ਸਪਲਾਈ ਵਧਾਉਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਾਬਲੇ ਗੌਰ ਹੈ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਇਸ ਸਮੇਂ ਕਿਰਾਏ ਲਈ ਖਾਲੀ ਸਪੇਸ ਦਾ ਨੰਬਰ ਰਿਕਾਰਡ ਲੋ ਹੈ ਤੇ 2030 ਤੱਕ ਮੁਲਕ 'ਚ ਜੇਕਰ 35 ਲੱਖ ਨਵੇਂ ਘਰ ਨਹੀਂ ਬਣਦੇ ਤਾਂ ਹਾਊਸਿੰਗ ਸਪਲਾਈ ਸਥਿਰ ਨਹੀਂ ਹੋ ਸਕਦੀ ਅਤੇ ਘਰ ਅਫੋਰਡੇਬਲ ਨਹੀਂ ਹੋ ਸਕਦੇ। ਦੂਜੇ ਪਾਸੇ ਗਵਰਨਰ ਨੇ ਵੀ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਜੇਕਰ ਗਵਰਨਮੈਂਟ ਨੇ ਭਵਿੱਖ ਦੇ ਵਿੱਚ ਹਾਊਸਿੰਗ ਸਪਲਾਈ ਵਧਾਉਣ ਵੱਲ ਕਦਮ ਨਹੀਂ ਚੁੱਕੇ ਤਾਂ ਇਸ ਦੇ ਨਾਲ ਮੁਲਕ ਭਰ ਦੇ ਵਿੱਚ ਹਾਊਸਿੰਗ ਸੰਕਟ ਹੋਰ ਵਧੇਗਾ। ਕੈਨੇਡਾ ਦੇ ਵਿੱਚ ਲੋਕਾਂ ਦੇ ਲਈ ਵਧੀ ਹੋਈ ਕਾਸਟ ਆਫ ਲਿਵਿੰਗ ਇੱਕ ਵੱਡਾ ਮੁੱਦਾ ਬਣੀ ਹੋਈ ਹੈ, ਜਿਸ ਨੂੰ ਲੈ ਕੇ ਲੋਕ ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਨੇ। ਜ਼ਿਆਦਾਤਰ ਕੈਨੇਡੀਅਨਸ ਦੇ ਵੱਲੋਂ ਆਪਣੇ ਜ਼ਿੰਦਗੀ ਜਿਉਣ ਦੇ ਤਰੀਕਿਆਂ ਨੂੰ
ਬਦਲਿਆ ਗਿਆ ਤੇ ਬਹੁਤਿਆਂ ਵੱਲੋਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ। ਹੌਲੀਡੇ ਸੀਜ਼ਨ ਦੌਰਾਨ ਕੈਨੇਡੀਅਨਸ ਨੇ ਕਿਤੇ ਮੁਲਕ ਚੋਂ ਬਾਹਰ ਜਾਣ ਦੀ ਥਾਂ ਤੇ ਲੋਕਲ ਪੱਧਰ ਤੇ ਘੁੰਮਣ ਨੂੰ ਤਰਜੀਹ ਦਿੱਤੀ ਹੈ। ਉਸ ਦਾ ਕਾਰਨ ਇਹੀ ਹੈ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਏ ਗਏ ਇੰਟਰਸਟ ਰੇਟ ਦੇ ਨਾਲ ਜਿੱਥੇ ਲੋਕਾਂ ਦੇ ਮੌਰਗੇਜ ਦੇ ਭੁਗਤਾਨ ਵਧੇ ਨੇ, ਉੱਥੇ ਨਾਲੋਂ ਨਾਲ ਮਹਿੰਗੀ ਗਰੋਸਰੀ ਅਤੇ ਬਾਕੀ ਖਰਚਿਆਂ ਦੇ ਚਲਦਿਆਂ ਕੈਨੇਡੀਅਨਸ ਦਾ ਹਾਲ ਮੰਦੜਾ ਹੀ ਹੈ। ਐਂਗਸ ਰੀਡ ਦੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਸਾਹਮਣੇ ਆਇਆ ਕਿ 55 ਸਾਲ ਦੇ ਜ਼ਿਆਦਾਤਰ ਕੈਨੇਡੀਅਨਸ ਮੰਨਦੇ ਨੇ ਕਿ ਉਹਨਾਂ ਕੋਲੇ $1000 ਦੇ ਗੈਰ ਨਿਰਧਾਰਤ ਖਰਚਿਆਂ ਦੇ ਲਈ ਵੀ ਪੈਸਾ ਨਹੀਂ ਹੈ ਅਤੇ ਜ਼ਿਆਦਾਤਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ $250 ਦਾ ਖਰਚਾ ਇੱਕਦਮ ਆ ਜਾਂਦਾ ਤਾਂ ਉਹ ਉਹਨਾਂ ਦੇ ਬੈਂਕ ਬੈਲੈਂਸ ਅਤੇ ਸਾਰੇ ਜੋੜ ਤੋੜ ਨੂੰ ਹਿਲਾ ਦੇਗਾ। 5 ਵਿੱਚੋਂ 2 ਕੈਨੇਡੀਅਨਸ ਮੰਨਦੇ ਨੇ ਕਿ TFSA ਅਤੇ RRSP ਦੇ ਵਿੱਚ ਉਹ ਪੈਸੇ ਜਮ੍ਹਾਂ ਨਹੀਂ ਕਰਵਾ ਰਹੇ ਕਿਉਂਕਿ ਇਸ ਸਮੇਂ ਉਹਨਾਂ ਦੀ ਸਮਰੱਥਾ ਇਸ ਪਾਸੇ ਵੱਲ ਨਹੀਂ ਹੈ। ਤੇ ਦੂਜੇ ਪਾਸੇ 55% ਕੈਨੇਡੀਅਨਸ ਨੂੰ ਆਪਣੀ ਨੌਕਰੀ ਜਾਣ ਦਾ ਖਤਰਾ ਇਸ ਸਮੇਂ ਦੌਰਾਨ ਬਣਿਆ ਹੋਇਆ ਕਿਉਂਕਿ ਜੌਬ ਮਾਰਕੀਟ ਸਲੋ ਹੈ ਅਤੇ ਇਸ ਦਾ ਪ੍ਰਭਾਵ ਉਹਨਾਂ ਤੇ ਸਪਸ਼ਟ ਰੂਪ 'ਚ ਨਜ਼ਰ ਆ ਰਿਹਾ ਹੈ। 40% ਕਹਿੰਦੇ ਨੇ ਕਿ ਟੈਕਸ ਫ੍ਰੀ ਸੇਵਿੰਗ ਅਕਾਊਂਟ, ਰਜਿਸਟਰਡ ਰਿਟਾਇਰਮੈਂਟ ਸਰਵਿਸ ਪਲਾਨ ਦੇ ਵਿੱਚ ਉਹ ਪੈਸੇ ਨਹੀਂ ਪਾ ਰਹੇ। ਦੂਜੇ ਪਾਸੇ ਸਰਕਾਰ ਦੇ ਵੱਲੋਂ ਬੇਸ਼ੱਕ ਲੋਕਾਂ ਦੀ ਮਦਦ ਕਰਨ ਦੇ ਲਈ ਕਈ ਪ੍ਰੋਗਰਾਮਸ ਲਿਆਂਦੇ ਗਏ ਨੇ ਪਰ ਉਹ ਨਾ ਕਾਫੀ ਸਾਬਤ ਹੋ ਰਹੇ ਨੇ ਤੇ ਕੈਨੇਡੀਅਨਸ ਕਿਤੇ ਨਾ ਕਿਤੇ ਵਧੀ ਹੋਈ ਕਾਸਟ ਆਫ ਲਿਵਿੰਗ ਅਤੇ ਬਾਕੀ ਖਰਚਿਆਂ ਦੇ ਲਈ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੇ ਨੇ ਜਿਸ ਦਾ ਪ੍ਰਭਾਵ ਵੱਖ-ਵੱਖ ਸਰਵੇਸ ਦੇ ਵਿੱਚ ਸਾਹਮਣੇ ਆਇਆ। ਬੇਸ਼ੱਕ ਬੈਂਕ ਦੇ ਵੱਲੋਂ ਹੁਣ ਇਹ ਗੱਲਬਾਤ ਕਹੀ ਗਈ ਹੈ ਕਿ ਭਵਿੱਖ ਦੇ ਵਿੱਚ ਘੱਟ ਇੰਟਰਸਟ ਰੇਟ ਦੇ ਉੱਪਰ ਲਗਾਏ ਜਾ ਸਕਦੇ ਨੇ ਤੇ ਸਟੈਟਿਸਟਿਕ ਕੈਨੇਡਾ ਦੇ ਅੰਕੜੇ ਦਰਸਾਉਂਦੇ ਨੇ ਕਿ ਮੁਲਕ ਦੀ GDP ਦੇ ਵਿੱਚ ਗਰੋਥ ਦੁਬਾਰਾ ਤੋਂ ਹੋਣ ਲੱਗੀ ਹੈ ਤੇ ਰਿਸੈਸ਼ਨ ਦਾ ਖਤਰਾ ਟਲ ਗਿਆ ਪਰ ਕੈਨੇਡੀਅਨਸ ਸੱਚਮੁੱਚ ਰਾਹਤ ਦੀ ਉਡੀਕ ਕਰ ਰਹੇ ਨੇ ਤੇ ਇਸ ਸਮੇਂ ਵਿੱਚ ਕੈਨੇਡੀਅਨਸ ਦੇ ਲਈ ਪੈਸੇ ਜੋੜਨਾ ਅਤੇ ਗੈਰ ਨਿਰਧਾਰਤ ਖਰਚਿਆਂ ਨੂੰ ਚਲਾਉਣਾ ਔਖਾ ਹੋਇਆ ਪਿਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।